ਖੰਡਾ ਜਿਹੜਾ ਏ 120 ਸਾਲ ਪੁਰਾਣਾ ਏ ਅਤੇ ਇਸੇ ਹੀ ਖੰਡੇ ਦੇ ਨਾਲ ਪਿੰਡ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਕੇ ਇੰਡੀਆ ਦੇ ਵਿੱਚ ਲਿਆਂਦਾ ਸੀ ਜਦੋਂ ਵੰਡ ਹੋਈ ਸੀ। ਉਧਰ ਕਿਹੜਾ ਪਿੰਡ ਸੀਗਾ ਆਪਣਾ ਜੀ? ਉਧਰ ਸਿਆਲਕੋਟ ਦੇ ਰਹਿਣ ਵਾਲੇ ਵਾਸੀ ਸੀ ਅਸੀਂ। ਪਿੰਡੇ ਤੇ ਲੱਗੇ ਹੋਏ ਟਰੱਕ ਜਿਹੜੇ ਸੀ ਨਾ ਕਿਰਪਾਨਾਂ ਦੇ, ਉਹ ਮਤਲਬ ਮੈਨੂੰ ਦੇਖ ਕੇ ਤੇ ਉਹ ਦਿਮਾਗ 'ਚ ਘੁੰਮਦੇ ਰਹਿੰਦੇ ਸੀ। ਤੇ ਮੈਨੂੰ ਫਿਰ ਇਹਨਾਂ ਨੇ ਸਾਰੀ ਗੱਲ ਆਪਣੀ ਸੁਣਾਣੀ ਵੀ ਮੈਂ ਇਸ ਤਰ੍ਹਾਂ ਉੱਥੋਂ ਚੱਲਿਆ। ਜਿਸ ਵੇਲੇ ਉਹਨਾਂ ਦੇ ਪਿੰਡੇ ਤੇ ਲੱਗੇ ਹੋਏ ਟਰੱਕ ਸੀ ਨਾ, ਜਿਹੜੇ ਕਿਰਪਾਨਾਂ ਲੱਗੀਆਂ ਸੀ, ਕਿਉਂਕਿ ਉਹਨਾਂ ਦੀ ਸਿਹਤ ਅੱਛੀ ਸੀ, ਤਗੜੇ ਭਲਵਾਨ ਸੀ, ਉਹਨਾਂ ਕਰਕੇ ਅੱਗੋਂ ਜਲਦੀ ਕੀਤੀਆਂ ਕਿਸੇ ਨੇ ਕੋਈ ਵਾਰ ਨਹੀਂ ਕੀਤਾ ਉਹਨਾਂ ਦੇ ਸਰੀਰ 'ਤੇ। ਤੇ ਮੈਨੂੰ ਤੇ ਸਾਡੇ ਹੁਣ ਮਦਰ ਨਾਲ ਜਦੋਂ ਗੱਲਬਾਤ ਕਰਦੇ ਸੀ, ਮਾਤਾ ਜੀ ਨਾਲ, ਉਹ ਦੱਸਦੇ ਸੀ ਵੀ ਤੈਨੂੰ ਇਸ ਤਰ੍ਹਾਂ ਹੋਇਆ ਸੀ ਵੀ ਤੂੰ ਛੋਟਾ ਸੀ ਤੇ ਮੈਂ ਤੇ ਤੈਨੂੰ ਕੁਛੜ ਚੁੱਕਿਆ ਸੀ, ਤੇ ਮੈਂ ਵੀ ਜਿਸ ਵੇਲੇ ਆਪਣੀਆਂ ਅਸੀਂ ਜਾਨਾਂ ਬਚਾਉਣ ਵਾਸਤੇ ਅਸੀਂ ਦਰਿਆ ਦੇ ਵਿੱਚ ਛਾਲ ਮਾਰੀ, ਨਾਲ ਤੈਨੂੰ ਸੁੱਟ ਦਿੱਤਾ। ਤੁਸੀਂ ਦੱਸਦੇ ਕਿ ਜ਼ਮੀਨ ਜਾਇਦਾਦ ਕਾਫੀ ਸੀਗੀ ਤੇ ਘੋੜੇ ਵੀ ਬਹੁਤ ਸੀਗੇ, ਤੇ ਫਿਰ ਉਹ ਉਸੇ ਉੱਦਾਂ ਹੀ ਛੱਡਣਾ ਪਿਆ, ਫਿਰ ਉੱਥੇ ਸਭ ਕੁਝ ਉੱਥੇ ਹੀ ਰਹਿ ਗਿਆ। ਇਹ ਤੁਸੀਂ ਮਹਿਸੂਸ ਕੀਤੇ ਨੇ ਟੱਕ, ਇਹ ਜਿਹੜੇ ਪਿੰਡੇ ਤੇ ਪਿੰਡੇ ਦੇ ਟੱਕ ਜਿਹੜੇ ਨਾ, ਉਹ ਮੈਂ ਇਹਨਾਂ ਦੇ ਫੇਸ ਤੇ ਬਣਾਏ ਆ। ਉਹ ਉਹਨਾਂ ਦੇ ਦਿਮਾਗ ਜਿਹੜੇ ਸੀ ਆਪਣਾ, ਹੁਣ 5 ਟੱਕ ਸੀ, ਮੈਂ ਉਹ ਲਾਈਨਾਂ ਦਿਖਾਈਆਂ। 47 ਦੇ ਵਿੱਚ ਭਾਰਤ ਤਾਂ ਆਜ਼ਾਦ ਹੋ ਗਿਆ, ਪਰ ਪੰਜਾਬ ਦੀ ਵੰਡ ਹੋ ਗਈ। ਤਾਂ ਇਹਨਾਂ 75 ਸਾਲਾਂ ਦੇ ਵਿੱਚ ਲੱਗਦਾ ਕਿ ਕੁਝ ਸਾਡੇ ਪੱਲੇ ਪਿਆ ਕਿ ਜਾਂ ਫਿਰ ਅਸੀਂ ਗਵਾਇਆ ਹੀ ਗਵਾਇਆ। ਵੰਡ ਸ਼ਬਦ ਜਦੋਂ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਏ ਤਾਂ ਪਹਿਲਾਂ ਹੀ ਦਿਮਾਗ ਦੇ ਵਿੱਚ 1947 ਆਉਂਦੀ ਹੈ, ਕਿਉਂਕਿ 1947 ਨੂੰ ਭਾਰਤ ਤਾਂ ਆਜ਼ਾਦ ਹੋਇਆ, ਪਰ ਪੰਜਾਬ ਦੀ ਵੰਡ ਹੋਈ ਸੀ। ਤਾਂ ਉਸ ਸਮੇਂ ਦੀਆਂ ਕਹਾਣੀਆਂ ਤੁਸੀਂ ਬਹੁਤ ਸਾਰੀਆਂ ਸੁਣੀਆਂ ਹੋਣਗੀਆਂ, ਪਰ ਅੱਜ ਅਸੀਂ ਇੱਕ ਤੁਹਾਨੂੰ ਪਹਿਲਵਾਨ ਦੀ ਕਹਾਣੀ ਸੁਣਾਵਾਂਗੇ, ਜਿਸ ਨੇ 120 ਸਾਲਾ ਖੰਡੇ ਦੇ ਨਾਲ ਪਿੰਡ ਨੂੰ ਬਚਾਇਆ, ਆਪਣੇ ਪਰਿਵਾਰ ਨੂੰ ਬਚਾਇਆ। ਉਹ ਖੰਡਾ ਅੱਜ ਵੀ ਉਹਨਾਂ ਦੇ ਪੋਤਰੇ ਦੇ ਵੱਲੋਂ ਸੰਭਾਲ ਕੇ ਰੱਖਿਆ ਗਿਆ ਏ। ਤਾਂ ਉਸ ਖੰਡੇ ਦੀ ਕਹਾਣੀ ਅਤੇ ਉਸ ਪਹਿਲਵਾਨ ਦੀ ਕਹਾਣੀ ਅੱਜ ਤੁਹਾਨੂੰ ਸੁਣਾਵਾਂਗੇ। ਅੱਜ ਇੱਥੇ ਜਲੰਧਰ ਦੇ ਵਿੱਚ ਇੱਕ ਐਗਜ਼ੀਬਿਸ਼ਨ ਲਗਾਈ ਗਈ ਆ ਉਹਨਾਂ ਦੇ ਪੋਤਰੇ ਮਹਿੰਦਰ ਠੁਕਰਾਣ ਹੋਰਾਂ ਦੇ ਵੱਲੋਂ। ਤਾਂ ਇਹ ਜਿਹੜੀ ਕਿਰਪਾਨ ਮਹਿੰਦਰ ਹੋਰਾਂ ਨੇ ਫੜੀ ਹੋਈ ਹੈ, ਇਹ ਖੰਡਾ ਜਿਹੜਾ ਏ 120 ਸਾਲ ਪੁਰਾਣਾ ਏ ਅਤੇ ਇਸੇ ਹੀ ਖੰਡੇ ਦੇ ਨਾਲ ਪਿੰਡ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਕੇ ਇੰਡੀਆ ਦੇ ਵਿੱਚ ਲਿਆਂਦਾ ਸੀ ਜਦੋਂ ਵੰਡ ਹੋਈ ਸੀ। ਤਾਂ ਮਹਿੰਦਰ ਜੀ ਨਾਲ ਨੇ ਸਾਡੇ। ਮਹਿੰਦਰ ਜੀ, ਦਾਦਾ ਜੀ ਤੁਹਾਡੇ ਜਿਹੜੇ ਉਦੋਂ ਆਏ ਸੀ ਇੱਧਰ, ਤਾਂ ਇਸੇ ਖੰਡੇ ਦੇ ਨਾਲ ਉਹਨਾਂ ਨੇ ਰਾਖੀ ਕਰਕੇ ਆਪਣੇ ਪਿੰਡ ਦੀ ਅਤੇ ਆਪਣੇ ਪਰਿਵਾਰ ਨੂੰ ਲਿਆਂਦਾ ਸੀ। ਤਾਂ ਉਧਰ ਕਿਹੜਾ ਪਿੰਡ ਸੀਗਾ ਆਪਣਾ ਜੀ? ਉੱਧਰ ਸਿਆਲਕੋਟ ਦੇ ਰਹਿਣ ਵਾਲੇ ਵਾਸੀ ਸੀ ਅਸੀਂ। ਤੇ ਮੈਂ ਤੇ ਉਸ ਵੇਲੇ ਛੋਟਾ ਸੀ, ਸਾਲ ਦੇ ਕਰੀਬ ਮੇਰੀ ਏਜ ਹੋਣੀ ਹੈ। ਤੇ ਮੈਨੂੰ ਤੇ ਜਿਸ ਵੇਲੇ ਥੋੜ੍ਹਾ ਇੱਥੇ ਆਣ ਕੇ ਮੇਰੀ ਕੁਝ ਸੰਭਾਲ ਹੋਈ ਤੇ ਇਹਨਾਂ ਨੇ ਆਪਣੀ ਗੱਲ ਸੁਣਾਣੀ ਕਰਨੀ। ਤੇ ਮੈਂ ਜਿਸ ਵੇਲੇ ਕਿਸੇ ਵੇਲੇ ਇਹਨਾਂ ਦੇ ਪਿੰਡੇ ਤੇ ਲੱਗੇ ਹੋਏ ਟਰੱਕ ਜਿਹੜੇ ਸੀ ਨਾ ਕਿਰਪਾਨਾਂ ਦੇ, ਉਹ ਮਤਲਬ ਮੈਨੂੰ ਦੇਖ ਕੇ ਤੇ ਉਹ ਦਿਮਾਗ 'ਚ ਘੁੰਮਦੇ ਰਹਿੰਦੇ ਸੀ। ਤੇ ਮੈਨੂੰ ਫਿਰ ਇਹਨਾਂ ਨੇ ਸਾਰੀ ਗੱਲ ਆਪਣੀ ਸੁਣਾਣੀ ਵੀ ਮੈਂ ਇਸ ਤਰ੍ਹਾਂ ਉੱਥੋਂ ਚੱਲਿਆ। ਬਾਕੀ ਘਰ ਦੇ ਕੋ ਕਿਤੇ ਗਿਆ ਸੀ, ਬੱਚੇ ਵੱਡੇ ਭਾਈ ਸਾਹਿਬ ਕਿਤੇ ਗਏ ਸੀ, ਮਾਸੀ ਜੀ ਉਹ ਕਿਸੇ ਹੋਰ ਪਾਸੇ ਸੀ, ਇਹ ਕਿਸੇ ਹੋਰ ਪਾਸੇ ਨਿਕਲ ਗਏ। ਮਤਲਬ ਇਹਨਾਂ ਨੇ ਆਪਣਾ ਇਹੀ ਕਿਰਪਾਨ ਲੈ ਕੇ ਆਪਣੇ ਤੁਰ ਪਏ। ਹਾਲੀ ਕਿ ਉਹਨਾਂ ਦੇ ਕੋਲ ਆਪਣੇ ਘੋੜੀਆਂ ਹੈਗੇ ਸੀ, ਪਰ ਕੁਦਰਤ ਵੱਲੋਂ ਉਸ ਵੇਲੇ ਟਾਈਮ ਹੀ ਨਹੀਂ ਮਿਲਿਆ ਵੀ ਕਿਸੇ ਪਾਸੇ ਕੁਝ ਜਾਣ ਦਾ, ਕਿਸੇ ਨੂੰ ਨਾ ਸੋਚਣ ਦਾ। ਅਤੇ ਮਾਹੌਲ ਹੀ ਇੱਦਾਂ ਦਾ ਬਣ ਗਿਆ ਵੀ ਜਿੱਥੇ ਜਿੱਦਾਂ ਦਿਮਾਗ 'ਚ ਆਇਆ ਉਸੇ ਤਰ੍ਹਾਂ ਉੱਧਰ ਆਪਣੇ ਸਾਰੇ ਲੋਕ ਵਿਖਰ ਗਏ। ਇਹਨਾਂ ਨੇ ਆਪਣੇ ਬਾਰੇ ਦੱਸਿਆ ਵੀ ਮੈਂ ਉੱਥੋਂ ਮਤਲਬ ਵੈਸੇ ਤਾਂ ਉੱਦਾਂ ਆਮ ਤੌਰ 'ਤੇ ਕਹਿੰਦੇ ਜੀ ਮੈਂ ਉੱਥੋਂ ਜਦੋਂ ਪਾਕਿਸਤਾਨੋਂ ਇੱਥੇ ਕਾਰੋਬਾਰ ਸਾਡਾ ਉੱਥੇ ਬਹੁਤ ਅੱਛਾ ਸੀ, ਅਤੇ ਉੱਥੋਂ ਕਹਿੰਦੇ ਮੈਂ ਇੱਥੇ ਅੰਮ੍ਰਿਤਸਰ ਆਉਣਾ ਕਰਨਾ, ਅਤੇ ਰੋਜ਼ ਮੇਰਾ ਦੂਜੇ ਤੀਜੇ ਦਿਨ ਜਦੋਂ ਚੱਕਰ ਲੱਗਦਾ ਸੀ ਅਤੇ ਮੈਂ ਸਵੇਰੇ ਆ ਕੇ ਅੰਮ੍ਰਿਤਸਰੋਂ ਘੋੜੇ 'ਤੇ ਆਉਂਦਾ ਸੀ, ਘੋੜੇ 'ਤੇ ਜਾ ਕੇ ਵਾਪਸ ਸ਼ਾਮ ਨੂੰ ਚਲੇ ਜਾਂਦਾ ਸੀ। ਅਤੇ ਉਹ ਉਹਨਾਂ ਦੀ ਪਹਿਲੀ ਜੋ ਉੱਥੇ ਰਹਿਣ ਦੇ ਨਾਲ ਜੋ ਉਹਨਾਂ ਨੇ ਗੱਲਾਂ ਦੱਸੀਆਂ ਆਪਣੀਆਂ, ਵੀ ਜਿਸ ਵੇਲੇ ਉਹਨਾਂ ਦੇ ਪਿੰਡੇ 'ਤੇ ਲੱਗੇ ਹੋਏ ਟਰੱਕ ਸੀ ਨਾ, ਜਿਹੜੇ ਕਿਰਪਾਨਾਂ ਲੱਗੀਆਂ ਸੀ, ਕਿਉਂਕਿ ਉਹਨਾਂ ਦੀ ਸਿਹਤ ਅੱਛੀ ਸੀ, ਤਗੜੇ ਭਲਵਾਨ ਸੀ, ਉਹਨਾਂ ਕਰਕੇ ਅੱਗੋਂ ਜਲਦੀ ਕੀਤੀਆਂ ਕਿਸੇ ਨੇ ਕੋਈ ਵਾਰ ਨਹੀਂ ਕੀਤਾ ਉਹਨਾਂ ਦੇ ਸਰੀਰ 'ਤੇ।
ਤੇ ਇੱਕ ਉਹਨਾਂ ਦੇ ਹੱਥ ਵਿੱਚ ਆਪਣਾ ਇਹ ਪੁਰਾਣਾ ਖੰਡਾ ਫੜਿਆ ਸੀ, ਤੇ ਜਿਹੜਾ ਕਿ ਆਮ ਮਤਲਬ ਉਹ ਉਹਨਾਂ ਦੇ ਕੋਲ ਮਤਲਬ ਕੋਈ ਫੜ ਨਹੀਂ ਸਕਦਾ ਤੇ ਨਾ ਉਹਨੂੰ ਸੰਭਾਲ ਸਕਦਾ। ਉਹਨਾਂ ਨੇ ਫਿਰ ਆਪਣੀ ਹਿੰਮਤ ਦੇ ਨਾਲ ਆਪਣਾ ਬਚਾਅ ਕੀਤਾ, ਪਰ ਉਹ ਪਿੱਛੇ ਜਿਨ੍ਹਾਂ ਨੇ ਵਾਰ ਕੀਤੇ ਉਹ ਫਿਰ ਆਪਣਾ ਉਹੀ ਜਿਹੜੇ ਉਹਨਾਂ ਦੇ ਨਿਸ਼ਾਨ ਜਿਹੜੇ ਦਿਮਾਗ ਉਹਨਾਂ ਦੇ ਪਿੰਡੇ 'ਤੇ ਲੱਗੇ ਸੀ, ਉਹ ਮੇਰੇ ਦਿਮਾਗ 'ਚ ਹਰ ਵੇਲੇ ਘੁੰਮਦੇ ਰਹਿੰਦੇ ਸੀ। ਉੱਧਰ ਪਰਿਵਾਰ ਤੁਹਾਨੂੰ ਦੱਸਿਆ ਹੋਣਾ ਵੀ ਕੌਣ ਕੌਣ ਰਹਿੰਦੇ ਸੀਗੇ ਉਦੋਂ, ਕਿੰਨੇ ਭਰਾ ਸੀਗੇ ਤੁਹਾਡੇ, ਕਿੰਨੇ? ਹਾਂਜੀ, ਉੱਥੇ ਮਤਲਬ ਸਾਡੇ ਫਾਦਰ ਸਾਹਿਬ ਸੀ, ਮਾਤਾ ਜੀ ਸੀ, ਬਾਕੀ ਮਾਸੀ ਜੀ ਉਹਨਾਂ ਦਾ ਵੀ ਘਰ ਨਾਲ ਹੀ ਸੀ, ਤੇ ਦੂਜੇ ਸਾਡੇ ਵੱਡੇ ਭਾਈ ਸਾਹਿਬ ਸੀ, ਸਾਡੀ ਸਿਸਟਰ ਸੀ, ਉਹ ਸਾਰੀਆਂ ਉੱਥੇ ਰਹਿੰਦੇ ਸੀ। ਪਰ ਕੋਈ ਕਿਸੇ ਉਸ ਟਾਈਮ ਪਤਾ ਨਹੀਂ ਕੋਈ ਘਰ ਕਿਸੇ ਵੇਲੇ ਕਿੱਥੇ ਸੀ ਜਾਂ ਕਿਹੜੇ ਪਾਸੇ ਸੀ। ਉੱਥੋਂ ਫਿਰ ਉਸ ਹਿਸਾਬ ਨਾਲ ਇਹ ਆਪਣੇ ਕੰਮਕਾਰ ਵਾਲੇ ਪਾਸੇ ਹੋਣੇ ਆ, ਜਿਹਦੇ ਕਰਕੇ ਇਹਨਾਂ ਨੇ ਉੱਥੋਂ ਲੈ ਕੇ ਉੱਥੋਂ ਨਿਕਲ ਪਏ। ਘਰ ਦੇ ਮਤਲਬ ਸਾਡੇ ਦੂਸਰੇ ਪਾਸੇ ਨਿਕਲ ਗਏ। ਇਹਨਾਂ ਦੇ ਫਿਰ ਜਿਸ ਵੇਲੇ ਇਹਨਾਂ ਨੇ ਇੱਧਰ ਆਪਣਾ ਨਿਕਲੇ ਰਸਤੇ ਵਿੱਚ, ਜਦੋਂ ਇਹਨਾਂ ਨੂੰ ਅੱਗੋਂ ਕਾਫੀ ਬੰਦਿਆਂ ਦਾ ਝੁੰਡ ਇਕੱਠਾ ਆ ਗਿਆ ਹਮਲਾਵਰਾਂ ਦਾ, ਤੇ ਉਹਨਾਂ ਨਾਲ ਮੁਕਾਬਲਾ ਕਰਦੇ ਕਰਦੇ ਗੰਦਾ ਨਾਲਾ ਸੀ ਨਾਲ, ਉੱਥੇ ਡਿੱਗ ਪਏ। ਉਹਦੇ 'ਚ ਡਿੱਗਣ ਤੋਂ ਬਾਅਦ ਉਹਨਾਂ ਨੇ ਫਿਰ ਥੋੜ੍ਹੀ ਦੇਰ ਬਾਅਦ ਉੱਥੇ ਥੋੜ੍ਹਾ ਜਿਹਾ ਰੁਕੇ ਰਹੇ, ਤੇ ਵਿੱਚੋਂ ਇੱਕ ਸੱਪ ਜਿਹਾ ਨਿਕਲਿਆ ਤੇ ਉਹਨਾਂ ਨੇ ਸੱਪ ਨੇ ਲੱਤ ਨੂੰ ਕੱਟ ਲਿਆ। ਉਹ ਸੱਪ ਨੇ ਕੱਟਿਆ, ਤੇ ਥੋੜ੍ਹੀ ਦੇਰ ਬਾਅਦ ਫਿਰ ਜਿਸ ਵੇਲੇ ਦੇਖਿਆ ਬੰਦੇ ਬਾਹਰ ਉਹ ਨਿਕਲ ਗਏ ਨੇ, ਉਹਨਾਂ ਨੇ ਸੋਚਿਆ ਵਿਚਾਰੇ ਇਹ ਆਪਣਾ ਨਾਲੇ 'ਚ ਹੈਗਾ ਕਿ ਨਹੀਂ ਹੈਗਾ, ਉਹ ਮਤਲਬ ਅੱਗੇ ਨਿਕਲ ਗਏ। ਇਹਨਾਂ ਨੇ ਥੋੜ੍ਹੀ ਦੇਰ ਬਾਅਦ ਬਾਹਰ ਨਿਕਲ ਕੇ ਤੇ ਫਿਰ ਆਪਣਾ ਲੱਤ ਦੇ ਇਹਨਾਂ ਨੂੰ ਦੇਖਿਆ ਸੱਪ ਨੂੰ, ਨਾਲ ਕੋਲੋਂ ਜਾਂਦਿਆਂ ਵੀ ਮੈਨੂੰ ਸੱਪ ਨੇ ਕੱਟਿਆ, ਡੰਗ ਮਰ ਵੱਜਾ, ਸਾਰਾ ਕੁਝ ਮਹਿਸੂਸ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਫਿਰ ਜਿਸ ਵੇਲੇ ਬਾਹਰ ਨਿਕਲ ਗਏ, ਇਹਨਾਂ ਨੇ ਆਪਣੀ ਲੱਤ ਦੇ ਉੱਤੇ ਇਹੀ ਕਿਰਪਾਨ ਦੇ ਨਾਲ ਆਪਣੀ ਲੱਤ ਦੇ ਉੱਤੇ ਪਿੰਨੀ ਨੂੰ ਕੱਟ ਦਿੱਤਾ। ਲੱਤ 'ਤੇ ਕਿਰਪਾਨ ਮਾਰ ਕੇ ਆਪਣੀ ਲੱਤ ਦਾ ਉਹ ਜ਼ਹਿਰ ਨਾ ਫੈਲੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਲ ਉੱਥੇ ਤੂੜੀ ਦਾ ਕੁੱਪ ਸੀ ਖੇਤਾਂ 'ਚ, ਉੱਥੋਂ ਤੂੜੀ ਲੈ ਕੇ ਉੱਤੇ ਰੱਖ ਕੇ ਤੇ ਇਹਨਾਂ ਨੇ ਆਪਣੀ ਪੱਗ ਪਾੜ ਕੇ ਤੇ ਆਪਣੀ ਸਿਰ 'ਤੇ ਪਗੜੀ ਬੰਨੀ ਸੀ ਉਹਨੂੰ ਪਾੜ ਕੇ ਤੇ ਇਹਨਾਂ ਨੇ ਉੱਥੇ ਬੰਨ੍ਹ ਲਿਆ। ਤੁਸੀਂ ਟੱਕਾਂ ਦੀ ਗੱਲ ਕਰਦੇ ਹੋ ਕਿ ਪਿੰਡੇ ਦੇ ਟੱਕ ਲੱਗੇ ਸੀਗੇ, ਇਹ ਉਦੋਂ ਜਦੋਂ ਇੱਧਰ ਨੂੰ ਆਏ ਨੇ ਤਾਂ ਇਹਨਾਂ ਨੂੰ ਜਦੋਂ ਮਾਰਨ ਪਏ ਉਦੋਂ ਪਿੱਠ 'ਤੇ ਵਾਰ ਕੀਤੇ ਸੀਗੇ ਉਹਨਾਂ ਦੇ? ਪਿੱਠ 'ਤੇ ਵਾਰ ਕੀਤੇ ਸੀ ਅੱਗੋਂ, ਤੇ ਮਤਲਬ ਬਹੁਤ ਘੱਟ, ਮਤਲਬ ਉਹਨਾਂ ਨੇ ਅੱਗੋਂ ਕੋਈ ਵਾਰ ਨਹੀਂ ਸੀ ਹੋਇਆ। ਉਹ ਪਿੱਛੋਂ ਹੀ ਜਿਹੜੇ ਮਾਰ ਗਏ, ਜਿਸ ਵੇਲੇ ਇਹਨਾਂ ਨੇ ਪਿੱਛੇ ਮੁੜ ਕੇ ਦੇਖਣਾ ਉਹਨਾਂ ਨੇ ਫਿਰ ਦੌੜ ਜਾਣਾ। ਫਿਰ ਮਤਲਬ ਕੁਦਰਤੀ ਮਤਲਬ ਉਹ ਮਤਲਬ ਆਪਣਾ ਉਹਨਾਂ ਨਾਲ ਮੁਕਾਬਲਾ ਕਰਨ ਕਰਕੇ, ਤੇ ਉਸ ਕਰਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਆਣ ਕੇ 1-2 ਦਿਨ ਉੱਥੇ ਕੁੱਪ ਦੇ ਵਿੱਚ ਦੱਸਿਆ ਨਾਲ, ਮੈਂ ਉੱਥੇ ਭੁੱਖਾ ਬਣਾ ਰਿਹਾ। ਤੇ ਫਿਰ ਮੈਂ ਉੱਥੋਂ ਆਪਣਾ 1-2 ਦਿਨਾਂ ਬਾਅਦ ਫਿਰ ਜਦੋਂ ਕੈਂਪ ਕੁੰਪ ਲੱਗੇ, ਕੋਈ ਬਾਹਰੋਂ ਸਰਕਾਰ ਵੱਲੋਂ ਕੋਈ ਇੱਥੇ ਕੋਈ ਜਿੱਥੇ ਲੋਕੀ ਰੁਕੇ ਆਣ ਕੇ, ਜਦੋਂ ਮਾਹੌਲ ਥੋੜ੍ਹਾ ਠੰਡਾ ਹੋ ਗਿਆ, ਤੇ ਫਿਰ ਉਹਨਾਂ ਨੇ ਆਣ ਕੇ ਆਪਣਾ ਉੱਥੇ ਸਾਰਾ ਪੁੱਛਗਿੱਛ ਕੀਤੀ, ਕੋਈ ਕਿਤੇ ਗਿਆ ਸੀ, ਕੋਈ ਕਿਤੇ ਗਿਆ ਸੀ। ਤੇ ਮੈਨੂੰ ਤੇ ਸਾਡੇ ਹੁਣ ਮਦਰ ਨਾਲ ਜਦੋਂ ਗੱਲਬਾਤ ਕਰਦੇ ਸੀ, ਮਾਤਾ ਜੀ ਨਾਲ, ਉਹ ਦੱਸਦੇ ਸੀ ਵੀ ਤੈਨੂੰ ਇਸ ਤਰ੍ਹਾਂ ਹੋਇਆ ਸੀ ਵੀ ਤੂੰ ਛੋਟਾ ਸੀ ਤੇ ਮੈਂ ਤੇ ਤੈਨੂੰ ਕੁਛੜ ਚੁੱਕਿਆ ਸੀ, ਤੇ ਮੈਂ ਵੀ ਜਿਸ ਵੇਲੇ ਆਪਣੀਆਂ ਅਸੀਂ ਜਾਨਾਂ ਬਚਾਉਣ ਵਾਸਤੇ ਅਸੀਂ ਦਰਿਆ ਦੇ ਵਿੱਚ ਛਾਲ ਮਾਰੀ, ਨਾਲ ਤੈਨੂੰ ਸੁੱਟ ਦਿੱਤਾ। ਤੇ ਥੋੜ੍ਹੀ ਦੇਰ ਬਾਅਦ ਫਿਰ ਜਿਸ ਵੇਲੇ ਮਾਸੀ ਜੀ ਵੀ ਛਾਲ ਇਕੱਠੇ ਦੋਨੋਂ ਭੈਣਾਂ ਸੀ, ਤੇ ਉਹਨਾਂ ਨੇ ਵੀ ਛਾਲ ਮਾਰ ਦਿੱਤੀ ਵੀ ਚਲੋ ਅਸੀਂ ਡੁੱਬ ਕੇ ਮਰ ਜਾਈਏ ਆਪਣੀ ਇੱਜ਼ਤ ਬਚਾਉਣ ਵਾਸਤੇ। ਉਸ ਚੱਕਰ ਵਿੱਚ ਕਿਸਮਤ ਚੰਗੀ ਸੀ, ਉਹ ਵੀ ਮਤਲਬ ਉੱਥੋਂ ਦਰਿਆ 'ਚੋਂ ਵੀ ਮਤਲਬ ਸਾਈਡ 'ਤੇ ਕਿਤੇ ਹੋਣ ਲੱਗਣ ਕਰਕੇ ਕਿਨਾਰੇ 'ਤੇ, ਤੇ ਉੱਥੇ ਉਹਨਾਂ ਨੇ ਫਿਰ ਆਪਣਾ ਉਹ ਵੀ ਬਚ ਗਏ ਤੇ ਮੈਂ ਵੀ ਬਚ ਗਿਆ। ਮੈਨੂੰ ਮਾਸੀ ਜੀ ਨੇ ਸਿਰ 'ਤੇ ਚੁੱਕ ਲਿਆ, ਜਿਹਦੇ ਕਰਕੇ ਮੈਂ ਬਚ ਗਿਆ। ਮੈਂ ਜੇਕਰ ਨਾ ਚੁੱਕਦੇ ਤੇ ਸ਼ਾਇਦ ਮੈਂ ਵੀ ਦਰਿਆ ਦੇ ਵਿੱਚ ਇਸੇ ਕਰਕੇ ਛਾਲ ਮਾਰੀ ਕਿ ਇੱਜ਼ਤ ਬਚਾ ਲਈਏ, ਮੌਤ ਗੱਲ ਨੂੰ ਲਾ ਲਈਏ, ਪਰ ਬਚਾ ਹੋ ਗਿਆ। ਅੱਖਾਂ 'ਚ ਅਜੇ ਵੀ ਤੁਹਾਡੇ ਦਰਦ ਮੈਂ ਦੇਖ ਰਿਹਾ ਕਿ ਦਰਦ ਹੈਗਾ ਅਜੇ ਵੀ। ਤਾਂ ਉਹ ਸਮਾਂ ਜਿਹੜਾ ਇਸ ਕਿਰਪਾਨ ਦੇ ਨਾਲ ਵੀ ਤੁਹਾਡੀਆਂ ਬਹੁਤ ਯਾਦਾਂ ਨੇ, ਤੇ ਬਾਕੀ ਪਰਿਵਾਰ ਦੇ ਨਾਲ ਵੀ ਬਹੁਤ ਯਾਦਾਂ ਨੇ। ਫਿਰ ਜਦੋਂ ਇੱਧਰ ਆਏ ਤਾਂ ਫਿਰ ਕਿਵੇਂ ਕੀਤਾ ਜੀ? ਇੱਧਰ ਫਿਰ ਆਣ ਕੇ ਉੱਥੋਂ ਅੰਮ੍ਰਿਤਸਰੋਂ ਫਿਰ ਅਸੀਂ ਜਲੰਧਰ 'ਚ ਇੱਧਰ ਸ਼ਿਫਟ ਹੋਏ। ਫਿਰ ਉਦੋਂ ਕੈਂਪਾਂ 'ਚ ਪਤਾ ਕਰਦੇ ਰਹੇ ਵੀ ਕੋਈ ਕਿਤੇ ਹੈ, ਕੋਈ ਸਾਡੇ ਵੱਡੇ ਭਾਈ ਸਾਹਿਬ ਕਿਤੇ ਸੀ, ਤੇ ਉਹ ਕਿਸੇ ਹੋਰ ਜਗ੍ਹਾ ਮਤਲਬ ਉਹ ਸਾਡੇ ਚਾਚਾ ਹੀ ਨਾਲ ਸੀ, ਉਹਨਾਂ ਨੂੰ ਨਾਲ ਰੱਖ ਗਏ। ਤੇ ਉਹ ਵੀ ਇਸ ਤਰ੍ਹਾਂ ਉਹਨਾਂ ਨੂੰ ਉਹ ਵੀ ਭਲਵਾਨੀ ਦਾ ਸ਼ੌਕ ਸੀ ਉਹਨਾਂ ਨੇ ਉੱਥੋਂ ਦੱਸਿਆ ਜੋ ਉਹਨਾਂ ਨੇ ਮੈਨੂੰ ਤੇ ਬਾਅਦ 'ਚ ਪਤਾ ਲੱਗਾ ਨਾ, ਜਦੋਂ ਕੁਛ ਥੋੜ੍ਹਾ ਮੈਂ ਸਿਆਣਾ ਹੋਇਆ, ਉਹਨਾਂ ਨੇ ਫਿਰ ਦੱਸਿਆ ਵੀ ਮੈਂ ਉਹਨਾਂ ਨੂੰ ਮੈਂ ਖਾਣ ਪੀਣ ਦਾ ਸ਼ੌਕ ਸੀ, ਤੇ ਉਹਨਾਂ ਨੇ ਕਹਿੰਦੇ ਮੈਂ ਬਦਾਮਾਂ ਦਾ ਤੋੜਾ ਚੁੱਕ ਲਿਆ, ਉੱਪਰ ਮੋਢੇ 'ਤੇ ਰੱਖ ਲਿਆ, ਦੂਜੇ ਹੱਥ ਕਿਰਪਾਨ ਫੜ ਲਈ, ਮੈਂ ਉੱਧਰ ਦੌੜ ਪਿਆ। ਮੈਂ ਜਿਹੜੇ ਪਾਸੇ ਨਾਲ 2-3 ਜਿਹੜੇ ਚਾਚੇ ਸਾਡੇ ਨਾਲ ਸੀ, ਦੋਨੋਂ ਚਾਚੇ, ਤੇ ਉਹਨਾਂ ਨਾਲ ਇਕੱਠੇ ਨਿਕਲ ਆਏ। ਉਹ ਵੀ ਉਹਨਾਂ ਨੇ ਵੀ ਆਪਣਾ ਬਚਾਅ ਕੀਤਾ। ਤੇ ਉਸ ਤੋਂ ਬਾਅਦ ਫਿਰ ਉਹ ਵੀ ਕੈਂਪਾਂ ਕੁੰਪਾਂ ਜਾ ਕੇ ਜਦੋਂ ਥੋੜ੍ਹੇ ਦਿਨ ਠੰਡ ਪੈ ਗਈ, ਤੇ ਫਿਰ ਆਪਣੇ ਆਪ ਕੈਂਪਾਂ 'ਚ ਰੁਕ ਗਏ। ਫਿਰ ਉੱਥੇ ਸਾਰਿਆਂ ਨੇ ਆਪਣੇ ਨਾਂ ਨੋਟ ਕਰਾਏ, ਕਿੱਥੇ ਕੋਈ ਕਿੱਥੇ ਹੈ, ਕੋਈ ਕਿੱਥੇ ਹੈ, ਫਲਾਣਾ ਕਿਸੇ ਦਾ ਰਿਸ਼ਤੇਦਾਰ ਹੈ, ਫਲਾਣੀ ਜਗ੍ਹਾ ਰਿਸ਼ਤੇਦਾਰ ਹੈ, ਕਿੱਥੇ ਗਏ ਨੇ, ਉਹ ਸਾਰਿਆਂ ਨੇ ਫਿਰ ਦੱਸਿਆ। ਹੁਣ ਫਾਦਰ ਸਾਹਿਬ ਸਾਡੇ ਕਿਸੇ ਦੀ ਖਬਰ ਲੈਣ ਗਏ ਸੀ, ਤੇ ਉੱਥੇ ਉਹਨਾਂ ਨੇ ਆਪਣਾ ਉਹ ਕੋਠੇ 'ਤੇ ਚੜ੍ਹੇ ਸੀ ਤੀਸਰੀ ਮੰਜ਼ਿਲ 'ਤੇ, ਤੇ ਉਧਰੋਂ ਥੱਲੇ ਲਾਸ਼ਾਂ ਦੇ ਢੇਰ ਲੱਗੇ ਸੀ। ਉਹ ਫਿਰ ਉਹਨਾਂ ਨੇ ਜਿੱਥੇ ਗਏ ਸੀ, ਉਹਨਾਂ ਦੇ ਘਰ ਵਾਲਿਆਂ ਨੇ ਕਿਹਾ ਵੀ ਤੁਸੀਂ ਨਿਕਲ ਜਾਓ। ਥੱਲੇ ਆਉਣ ਲੱਗੇ, ਤੇ ਫਿਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਅੱਗੇ ਮਾਹੌਲ ਨਹੀਂ ਠੀਕ ਹੈਗਾ।
ਫਿਰ ਉਹਨਾਂ ਨੇ ਦੂਜੇ ਪਾਸੇ ਤਾਕੀ ਜੀ ਦੇ ਉੱਤੇ ਹਲ ਮਾਰ ਕੇ ਤੇ ਆਪਣੇ ਲਾਸ਼ਾਂ ਦੇ ਉੱਤੇ, ਤੇ ਫਿਰ ਵੀ ਉਹਨਾਂ ਨੇ ਬੜੀ ਹਿੰਮਤ ਕੀਤੀ, ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਫਿਰ ਉਸ ਤੋਂ ਬਾਅਦ ਛਾਲ ਮਾਰਨ ਤੋਂ ਬਾਅਦ ਦੌੜ ਕੇ ਆਪਣੇ ਆਪ ਨੂੰ ਫਿਰ ਬਚਾਇਆ ਉਹਨਾਂ ਨੇ। ਉਹ ਵੀ ਫਿਰ ਇਸ ਤਰ੍ਹਾਂ ਹੀ ਮਤਲਬ ਉਹ ਵੀ ਠੀਕ ਹੋ ਗਏ, ਉਹ ਵੀ ਪਹੁੰਚ ਗਏ। ਪਰਿਵਾਰ ਤੁਹਾਡਾ ਸਾਰਾ ਫਿਰ ਉਧਰੋਂ ਇੱਧਰ ਸਹੀ ਸਲਾਮਤ ਪਹੁੰਚ ਗਿਆ ਸੀਗਾ ਜੀ ਉਦੋਂ? ਸਾਰੇ ਆ ਗਏ ਬਾਹਰ ਕੇ। ਮਾਸੀ ਜੀ ਦੇ 3 ਬੱਚੇ ਸੀ, 3 ਲੜਕੇ ਸੀ, ਉਹਨਾਂ ਦੀ ਮਤਲਬ ਨਹੀਂ ਪਤਾ ਲੱਗਾ, ਉਹ ਨਹੀਂ ਮਿਲੇ। ਤੇ ਉਹਨਾਂ ਦੀ ਲੜਕੀਆਂ ਸੀ ਉਹ ਵੀ ਸਾਰੀਆਂ ਆ ਗਈਆਂ ਸੀ, ਤੇ 3 ਲੜਕੀਆਂ ਸੀ, ਤੇ ਬਾਕੀ ਸਾਡੇ ਵੀ ਸਿਸਟਰ ਜਿਹੜੀਆਂ ਸੀ ਵੱਡੀਆਂ 3 ਉਹ ਵੀ ਆ ਗਏ ਸੀ। ਮਤਲਬ ਕਿਸਮਤ ਦੇ ਨਾਲ ਹੀ ਕੋਈ ਕਿਤੇ ਜਗ੍ਹਾ ਕਿਸੇ ਜਗ੍ਹਾ ਸਹੀ ਤਰੀਕੇ ਨਾਲ ਪਹੁੰਚ ਗਏ ਤੇ ਤਾਂ ਮਤਲਬ ਸੇਫ ਪਹੁੰਚੇ ਆ, ਨਹੀਂ ਤੇ ਉਹ ਵੀ ਉਹਨਾਂ ਨਾਲ ਕੋਈ ਗੱਲ ਹੋ ਜਾਂਦੀ ਤੇ ਫਿਰ ਬਚਾਅ ਮੁਸ਼ਕਲ ਹੀ ਸੀ ਨਾ। ਤੁਸੀਂ ਦੱਸਦੇ ਕਿ ਜ਼ਮੀਨ ਜਾਇਦਾਦ ਕਾਫੀ ਸੀਗੀ ਤੇ ਘੋੜੇ ਵੀ ਬਹੁਤ ਸੀਗੇ, ਤੇ ਫਿਰ ਉਹ ਉਸੇ ਉੱਦਾਂ ਹੀ ਛੱਡਣਾ ਪਿਆ ਫਿਰ ਉੱਥੇ? ਸਭ ਕੁਝ ਉੱਥੇ ਹੀ ਰਹਿ ਗਿਆ। ਬਾਕੀ ਉੱਥੋਂ ਫਿਰ ਇੱਥੇ ਆਣ ਕੇ ਸਾਡੇ ਫਾਦਰ ਸਾਹਿਬ ਨੇ ਮਤਲਬ ਕੋਸ਼ਿਸ਼ ਕੀਤੀ, ਡੈਡੀ ਸਾਡੇ ਨੇ ਪਿਤਾ ਜੀ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਫਿਰ ਉੱਥੋਂ ਸਾਨੂੰ ਜਿਹੜੀ ਉੱਥੇ ਦੀ ਜ਼ਮੀਨਾਂ ਸੀ ਜਾਂ ਪ੍ਰਾਪਰਟੀ ਸੀ ਉਹਦੇ ਮੁਤਾਬਕ ਸਾਨੂੰ ਇੱਥੇ ਜੋ ਜ਼ਮੀਨਾਂ ਮਿਲ ਗਈਆਂ। ਕਪੂਰਥਲੇ ਜ਼ਮੀਨ ਸੀ ਸਾਡੀ, ਗੁਰਦਾਸਪੁਰ ਸੀ, ਇੱਧਰ ਆਪਣਾ ਨਵੇਂ ਸ਼ਹਿਰ ਸੀ, ਗੜ੍ਹਸ਼ੰਕਰ ਸੀ, ਮਤਲਬ ਇਹਨਾਂ ਥਾਵਾਂ 'ਤੇ ਫਿਰ ਉਹਨਾਂ ਨੂੰ ਜਿਹੜੀਆਂ ਉੱਥੋਂ ਅਲਾਟ ਹੋਈਆਂ ਜਗ੍ਹਾ ਤੇ ਉਹ ਸਾਡੇ ਕੋਲ ਰਹੀਆਂ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹਨਾਂ ਨੇ ਬਜ਼ੁਰਗਾਂ ਨੇ ਆਪਣੀ ਵੇਚਣੀ ਸ਼ੁਰੂ ਕਰ ਦਿੱਤੀ। ਇੱਧਰ ਵੀ ਆਪਣਾ ਕਪੂਰਥਲਾ ਦੀ ਵੇਚ ਦਿੱਤੀ, ਗੁਰਦਾਸਪੁਰ ਵਾਲੀ ਤੇ ਮੈਂ ਬਾਅਦ 'ਚ ਵੇਚ ਕੇ ਆਇਆ 100 ਰੁਪਏ ਮਰਲਾ। ਵੈਸੇ ਤਾਂ ਤੁਹਾਡੀ ਵੀ ਉਮਰ ਹੁਣ ਮੈਨੂੰ ਲੱਗਦਾ, ਕਿਉਂਕਿ ਆਜ਼ਾਦ ਹੋਣੇ 74 ਸਾਲ ਹੋ ਗਏ ਆ, 75 ਤੁਹਾਡੀ ਉਮਰ ਹੋਊਗੀ, ਕਿਉਂਕਿ ਉਦੋਂ 1 ਸਾਲ ਦੇ ਸੀਗੇ। ਕਦੀ ਉੱਧਰ ਪਾਕਿਸਤਾਨ ਵਾਲੇ ਪਾਸੇ ਚੱਕਰ ਨਹੀਂ ਮਾਰਿਆ, ਪਿੰਡ ਵਾਲੇ ਪਾਸੇ ਇਹਨਾਂ ਦਿਨਾਂ? ਦਿਲ ਤੇ ਬੜਾ ਕਰਦਾ ਸੀ, ਕਈ ਵਾਰੀ ਪ੍ਰੋਗਰਾਮ ਵੀ ਬਣਾਇਆ। ਪਿੱਛੇ ਡਾਕਟਰ ਸਵਰਨ ਸਿੰਘ ਸੀ ਇੱਥੇ ਜਿਹੜੇ ਕਮਿਸ਼ਨਰ ਸੀ, ਉਦੋਂ ਅਸੀਂ ਉੱਥੋਂ ਫੰਕਸ਼ਨ ਕਰਾਇਆ ਸੀ ਇੱਥੇ ਦੇਸ਼ ਭਗਤ ਯਾਦਗਾਰ ਨਾ, ਇੱਥੇ ਆਪਣਾ ਇੱਧਰ ਗੁਰੂ ਗੋਬਿੰਦ ਸਿੰਘ ਸਟੇਡੀਅਮ। ਤੇ ਇਹ ਮੇਰੇ ਖਿਆਲ 95 ਦੀ ਗੱਲ, 95 ਦੀ ਗੱਲ ਹੈ। ਤੇ ਉਦੋਂ ਉੱਥੋਂ 100-150 ਬੰਦਾ ਆਪਣਾ ਪਾਕਿਸਤਾਨ ਨੂੰ ਆਇਆ ਸੀ। ਉਦੋਂ ਅਸੀਂ ਪਲਾਨ ਬਣਾਇਆ ਸੀ ਜਾਣਾ, ਪਰ ਫਿਰ ਮੌਕਾ ਨਹੀਂ ਲੱਗਾ। ਤੇ ਉਹ ਫਿਰ ਜਿਸ ਵੇਲੇ ਮੌਕਾ ਲੱਗੇਗਾ ਤੇ ਫਿਰ ਹਾਲੇ ਵੀ ਦਿਲ ਤੇ ਇੱਛਾ ਕਰਦੀ ਹੈ ਜਾਈਏ, ਤੇ ਅੱਗੋਂ ਕਿਸਮਤ 'ਚ ਹੈ ਤੇ ਜਾਵਾਂਗੇ ਜ਼ਰੂਰ। ਰੀਝਾਂ ਵੀ ਜਿਸ ਤਰੀਕੇ ਨਾਲ ਤੁਸੀਂ ਆਹ ਤਸਵੀਰਾਂ ਜਿਹੜੀਆਂ ਨੇ ਬਣਾਈਆਂ, ਇਹ ਤੁਹਾਡੇ ਦਾਦਾ ਜੀ ਦੀ ਤਸਵੀਰ ਹੈ, ਤਾਂ ਇਹ ਤਸਵੀਰਾਂ ਵੀ ਕੁਝ ਬਿਆਨ ਕਰ ਰਹੀਆਂ ਨੇ। ਮੈਂ ਚਾਹੁੰਦਾ ਕਿ ਇਹ ਵੀ ਦੱਸਿਆ ਜਾਵੇ ਕਿ ਇਹ ਤਸਵੀਰ ਜਿਹੜੀ ਧੁੰਦਲੀ ਕਿਉਂ ਦਿਸ ਰਹੀ ਹੈ? ਹਾਂ, ਇਹਨਾਂ ਨੂੰ ਧੁੰਦਲਾਪਨ ਨੇ ਇਸ ਕਰਕੇ ਦਿਖਾਇਆ ਵੀ ਇਹਨਾਂ ਦੀ ਜਿਹੜੀ ਨਾ, ਜਿਹੜੇ ਮੈਂ ਪਿੱਛੇ ਪਿੰਡੇ ਦੇ ਵੈਸੇ ਸਕੈਚ ਮੈਂ ਬਣਾਇਆ ਹੋਇਆ, ਮੇਰੇ ਕੋਲ ਮੋਬਾਈਲ 'ਚ ਹੈਗਾ, ਉਹ ਫਿਰ ਇਹਨਾਂ ਦੇ ਫੇਸ ਦੇ ਉੱਤੇ ਦਿਖਾ ਦਿੱਤੇ, ਕਿਉਂਕਿ ਇਹਨਾਂ ਦੀ ਫੋਟੋ ਮੇਰੇ ਹੱਥ ਦੀ ਬਣੀ ਹੋਈ ਹੈ, ਵੀ ਪੇਂਟਿੰਗ ਬਣੀ, ਮੈਂ ਵੱਡੇ ਸਾਈਜ਼ ਦੀ ਬਣਾਈ ਹੋਈ ਹੈ। ਤੇ ਉਹਨੂੰ ਬੱਚਿਆਂ ਕੋਲੋਂ ਮੈਂ ਨਾ ਉਹਨਾਂ ਕੋਲ ਥੋੜ੍ਹਾ ਗ੍ਰਾਫਿਕ ਕਰਾ ਕੇ ਨਾ ਬੈਕਗਰਾਊਂਡ 'ਚ ਡਿਮ ਬਣਾਤਾ ਹੈ, ਪਰ ਇਹਨਾਂ ਦੇ ਟੱਕ ਜਿਹੜੇ ਨਾ ਫੇਸ 'ਤੇ ਦਿਖਾਤੇ ਆ, ਜਿਹੜੇ ਕਿ ਮੈਂ ਇਹਨਾਂ ਦੀ ਪੋਰਟਰੇਟ ਬਣਾਉਣਾ ਚਾਹੁੰਦਾ ਸੀ। ਫਿਰ ਮੈਂ ਸੋਚਿਆ ਵੀ ਇਹਨਾਂ ਦੀ ਪੋਰਟਰੇਟ ਬਣਾਵਾਂਗਾ ਤੇ ਹੁਣ ਲੋਕਾਂ ਨੂੰ ਪਛਾਣ ਨਹੀਂ ਹੋਣੀ, ਤੇ ਉਸ ਮੈਂ ਪਛਾਣ ਕਰਕੇ ਫਿਰ ਮੈਂ ਆਪਣੀ ਪੋਰਟਰੇਟ ਨੂੰ ਮੈਂ ਉਹੀ ਟੱਕ ਜਿਹੜੇ ਆ ਨਾ ਉਹਨਾਂ ਦੇ ਪਿੰਡੇ ਤੇ ਮੇਰੇ ਦਿਮਾਗ ਵਿੱਚ। ਅੱਛਾ, ਇਹ ਜਿਹੜੇ ਨਿਸ਼ਾਨ ਨੇ ਇਹ ਤੁਸੀਂ ਮਹਿਸੂਸ ਕੀਤੇ ਨੇ ਟੱਕ, ਇਹ ਜਿਹੜੇ ਪਿੰਡੇ ਤੇ ਨੇ? ਉਹਨਾਂ ਦੇ ਪਿੰਡੇ ਦੇ ਟੱਕ ਜਿਹੜੇ ਆ ਨਾ ਉਹ ਮੈਂ ਇਹਨਾਂ ਦੇ ਫੇਸ 'ਤੇ ਬਣਾਏ ਆ। ਉਹ ਉਹਨਾਂ ਦੇ ਦਿਮਾਗ 'ਚ ਜਿਹੜੇ ਸੀ ਆਪਣਾ ਹੁਣ 5 ਟੱਕ ਸੀ, ਮੈਂ ਉਹ ਲਾਈਨਾਂ ਦਿਖਾਈਆਂ। ਇਹ ਗ੍ਰਾਫਿਕ ਇਹ ਨਹੀਂ ਫੇਸ 'ਤੇ ਨਹੀਂ ਸੀ ਹੈਗੇ, ਇਹ ਫੇਸ 'ਤੇ ਮੈਪ ਦਾ ਹੈ ਨਾ। ਤੇ ਉਹ ਜਿਹੜੀ ਮੇਰੇ ਦਿਮਾਗ 'ਚ ਗੱਲਾਂ ਸੀ ਮੈਂ ਉਹਨਾਂ ਦੇ ਪੋਰਟਰੇਟ ਦੇ ਉੱਪਰ ਦਿਖਾਈਆਂ। ਇਹ ਮਤਲਬ ਜੋ ਵੰਡ ਦਾ ਟਾਈਮ ਸੀ ਉਹ ਦਿਖਾਇਆ। ਉਹ ਟੱਕ ਜਿਹੜੇ ਉਹਨਾਂ ਦੇ ਫੇਸ ਦੇ ਉੱਤੇ ਲਾਈਨਾਂ ਨਾਲ ਆਈਡੀਆ ਦਿੱਤਾ, ਸਿਰਫ ਆਰਟਿਸਟਿਕ ਆਈਡੀਆ। ਤੇ ਉਹ ਜਿਹੜਾ ਵੰਡ ਦਾ ਦਿਖਾਇਆ ਮੈਂ ਪੰਜਾਬ ਦਾ ਜਦੋਂ ਡਿਵਾਈਡੇਸ਼ਨ ਹੋਈ ਹੈ ਉਹਦੇ ਵਿੱਚ ਸੈਂਟਰ 'ਚ ਲਾਈਨ ਦਿਖਾਈ ਹੈ। ਤੇ ਇਹ ਉਹਨਾਂ ਦੇ ਪੋਰਟਰੇਟ 'ਚ ਇਹ ਸ਼ੋਅ ਕੀਤਾ ਹੈ। ਬਾਕੀ ਮੈਂ ਆਪਣੇ ਪੋਰਟਰੇਟ ਨੂੰ ਉਸ ਤਰੀਕੇ ਨਾਲ ਕਰਕੇ ਇਹਨਾਂ ਦੇ ਜਿਹੜੀਆਂ ਗੱਲਾਂ ਸੀ ਉਹ ਮੇਰੇ ਦਿਮਾਗ ਸੀ, ਉਹਦੇ ਮੁਤਾਬਕ ਮੈਂ ਆਪਣੀ ਪੋਰਟਰੇਟ ਨੂੰ ਐਕਸਪਲੇਨ ਕਰਕੇ ਪੇਂਟਿੰਗ ਦੇ ਜ਼ਰੀਏ ਮਤਲਬ ਦਿਖਾਇਆ। ਜਿਵੇਂ ਸ਼ੁਰੂ 'ਚ ਦੱਸਿਆ ਕਿ ਜਿਵੇਂ 47 ਦੇ ਵਿੱਚ ਭਾਰਤ ਤਾਂ ਆਜ਼ਾਦ ਹੋ ਗਿਆ, ਪਰ ਪੰਜਾਬ ਦੀ ਵੰਡ ਹੋ ਗਈ, ਤਾਂ ਇਹਨਾਂ 75 ਸਾਲਾਂ ਦੇ ਵਿੱਚ ਲੱਗਦਾ ਕਿ ਕੁਝ ਸਾਡੇ ਪੱਲੇ ਪਿਆ ਕਿ ਜਾਂ ਫਿਰ ਅਸੀਂ ਗਵਾਇਆ ਹੀ ਗਵਾਇਆ? ਨਹੀਂ, ਦੇਖੋ ਸਾਰਿਆਂ ਨੇ ਇੱਥੇ ਆਣ ਕੇ ਫਿਰ ਨਵੇਂ ਸਿਰੇ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਮਿਹਨਤ ਕਰਕੇ ਫਿਰ ਕਈ ਲੋਕ ਵਿਚਾਰੇ ਕਈ ਤਾਂ ਖਤਮ ਹੀ ਹੋ ਗਏ, ਸਾਰੇ ਪਰਿਵਾਰ ਹੀ ਖਤਮ ਹੋ ਗਏ, ਤੇ ਕਈ ਜਿਹੜੇ ਬਚ ਗਏ ਉਹਨਾਂ ਨੇ ਵੀ ਅੱਗੋਂ ਸਟਰਗਲ ਕਰਕੇ ਮਿਹਨਤ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਏ, ਆਪਣੇ ਪਰਿਵਾਰ ਨੂੰ ਸਹੀ ਤਰੀਕੇ ਨਾਲ ਸੰਭਾਲਿਆ ਤੇ ਚਲਾਇਆ। ਤੇ ਉਹ ਉਹਨਾਂ ਵਿੱਚ ਜਿਨ੍ਹਾਂ 'ਚ ਮਤਲਬ ਅਸੀਂ ਵੀ ਥੋੜ੍ਹਾ ਜਿਹਾ ਮਤਲਬ ਅਸੀਂ ਤੇ ਇਸੇ ਹੀ ਸਾਡੇ ਬਜ਼ੁਰਗਾਂ ਨੇ ਇਸ ਤਰ੍ਹਾਂ ਹੀ ਕੀਤਾ, ਮਿਹਨਤ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ। ਅਸੀਂ ਉਹਨਾਂ ਦੇ ਸਦਕੇ ਅਸੀਂ ਖੜ੍ਹੇ ਹਾਂ। ਤੇ ਜੇ ਉਹ ਨਾ ਕਰਦੇ ਸਾਡੇ ਵੱਡੇ ਫਾਦਰ ਸਾਹਿਬ ਜਾਂ ਸਾਡੇ ਬਜ਼ੁਰਗ, ਇਹ ਵੀ ਇੱਥੇ ਹੀ ਸੀ ਰਹੇ। ਇਹ ਦੇਖੋ 1965 ਤੱਕ ਇੱਥੇ ਰਹੇ, ਤੇ ਇਹ ਵੀ ਫਿਰ ਵੀ ਐਕਸਰਸਾਈਜ਼ ਕਰਦੇ ਸੀ। ਇਹਨਾਂ ਕਰਕੇ ਮੈਨੂੰ ਬਚਪਨ ਤੋਂ ਸ਼ੌਕ ਸੀ, ਮੈਂ ਖਾੜੇ ਜਾਣ ਦਾ। ਮੈਂ ਵੀ ਬਚਪਨ ਤੋਂ ਜਾ ਰਿਹਾ, ਹੁਣ ਤੱਕ ਜਾ ਰਿਹਾ। ਮੈਨੂੰ 60 ਸਾਲ ਹੋ ਗਏ ਖਾੜੇ ਜਾਂਦੇ। ਖੇਡ ਜਿਹੜੀ ਭਲਵਾਨੀ ਜਿਹੜੀ ਰੱਖੀ ਨਾਲ ਮਾੜਾ ਮੋਟਾ ਮੈਂ ਕਰੀਦਾ, ਹੁਣ ਬਹੁਤਾ ਨਹੀਂ ਹੋਈ ਏਜ ਕਰਕੇ। ਲਾਈਟ ਜਿਹਾ ਆਪਣਾ ਸਵੇਰੇ ਕਰ ਲਈਦਾ, ਨਾ ਖੜੇ ਜਾਈਏ ਤੇ ਘਰ ਸਮਾਨ ਰੱਖਿਆ ਥੋੜ੍ਹਾ ਜਿਹਾ ਕਰੀਦਾ, ਜਾਂ ਬੈਂਚ ਕਰ ਲਿਆ, ਵੇਟ ਕਰ ਲਿਆ, ਡੰਬਲ ਮਾਰ ਲਏ ਜਾਂ ਡੰਡ ਕੱਢ ਲਏ, ਬਸ ਇਹੀ।
ਤੇ ਉਹ ਥੋੜ੍ਹਾ ਬਹੁਤਾ ਕਰੀਦਾ ਜਿਹਦੇ ਨਾਲ ਆਪਣਾ ਸਰੀਰ ਠੀਕ ਰਵੇ। ਇਸ ਮੈਨੂੰ ਲੱਗਦਾ ਖੰਡੇ ਨੇ ਤੁਹਾਡੀ ਜਾਨ ਬਚਾਈ। ਇਹਦੇ ਨਾਲ ਹੋਰ ਕੀ ਕੀ ਯਾਦਾਂ ਨੇ ਤੁਹਾਡੀਆਂ? ਇਹ ਉਹਨਾਂ ਦੀ ਦੇਖੋ ਜੀ ਐਨਕ ਵੀ ਪਈ ਹੈ, ਉਹਨਾਂ ਦੀਆਂ ਹੋਰ ਛੋਟੀਆਂ ਮੋਟੀਆਂ ਚੀਜ਼ਾਂ, ਉਹ ਜੁੱਤੀ ਵੀ ਇੱਕ ਪਈ ਹੋਈ ਹੈ ਉਹਨਾਂ ਦੀ, ਤੇ ਉਹ ਵੀ ਮੈਂ ਰੱਖੀ ਹੋਈ ਹੈ ਸੰਭਾਲ ਕੇ। ਇੱਕ ਪੈਰ ਸੀ, ਇੱਕ ਪੈਰ ਨਹੀਂ ਮਿਲਿਆ, ਬੜੀ ਦੇਰ ਦਾ ਮੈਂ ਰੱਖਿਆ ਸੀ ਉਦੋਂ ਦਾ, ਕਿਉਂਕਿ ਮੈਨੂੰ ਮੈਂ ਰੱਖ ਲਿਆ ਸਾਂਭ ਕੇ ਵੀ ਇੱਕ ਨਹੀਂ ਹੈ। ਤੇ ਇਸ ਕਰਕੇ ਮੇਰੇ 'ਚ ਜੋ ਵੀ ਹੈ ਨਾ, ਮੈਨੂੰ ਇਹਨਾਂ ਦੀ ਕੋਈ ਵੀ ਚੀਜ਼ ਹੈ ਨਾ, ਮੇਰੀ ਕੋਸ਼ਿਸ਼ ਹੈ ਵੀ ਕੁਝ ਮੈਨੂੰ ਥੋੜ੍ਹਾ ਜਿਹਾ ਦਿਮਾਗ ਵਿੱਚ ਮੇਰੇ ਸਾਹਮਣੇ ਰਵੇ। ਅੱਗੋਂ ਬੱਚਿਆਂ ਨੂੰ ਵੀ ਦੱਸੀਦਾ, ਉਹ ਬੱਚੇ ਫਿਰ ਮੈਨੂੰ ਬਾਰ-ਬਾਰ ਇਹੀ ਕਹਿੰਦੇ ਸੀ ਕਾਫੀ ਸਾਲਾਂ ਜਦੋਂ ਮੈਂ ਉਹਨਾਂ ਨੂੰ ਗੱਲਾਂ ਸੁਣਾਉਂਦਾ ਸੀ ਭਈ ਇਹ ਤੁਸੀਂ ਜਿਹੜੀ ਗੱਲਾਂ ਸੁਣਾਉਂਦੇ ਹੋ, ਜੇ ਤੁਸੀਂ ਤੇ ਹੱਥ ਨਾਲ ਕੰਮ ਕਰ ਸਕਦੇ ਹੋ ਤੇ ਕੰਪਿਊਟਰਾਈਜ਼ ਕਰਦੇ ਸਾਰਾ। ਇਹ ਕਹਿੰਦੇ ਜੇ ਕਰ ਸਕਦੇ ਤਾਂ ਤੁਸੀਂ ਆਪਣਾ ਤਿਆਰ ਕਰੋ। ਮੈਂ 2 ਸਾਲਾਂ ਤੋਂ ਲੱਗਾ ਸੀ ਵੀ ਇਹਨੂੰ 2-3 ਸਾਲਾਂ ਤੋਂ ਮੈਂ ਸ਼ੁਰੂ ਕੀਤੀਆਂ। ਫਿਰ ਦਿਮਾਗ 'ਚ ਪਹਿਲਾਂ ਛੋਟੇ ਸਕੈਚ ਬਣਾਏ, ਫਿਰ ਉਸ ਤੋਂ ਬਾਅਦ ਇਹ ਵੱਡੇ ਤਿਆਰ ਕੀਤੇ, ਅਤੇ ਮੈਂ ਵੱਡੀ ਪੇਂਟਿੰਗ ਦੇ ਜ਼ਰੀਏ ਮੈਂ ਇਹਨਾਂ ਨੂੰ ਆਪਣਾ ਦਿਮਾਗ ਦੇ ਦਿਲ ਦੇ ਵਿਚਾਰ ਸਾਰੇ ਇੱਥੇ ਇਹਦੇ 'ਚ ਪੇਸ਼ ਕੀਤੇ ਹੈ। ਕਾਫੀ ਤੁਹਾਡਾ ਲਗਾਵ ਸੀਗਾ ਉਹਨਾਂ ਨਾਲ ਬਹੁਤ ਸੀ ਜੀ। ਉਹ ਜਿਸ ਵੇਲੇ ਉਹ ਮੈਂ ਬਜ਼ੁਰਗ ਵੀ ਸੀ ਨਾ, ਉੱਥੋਂ ਜਦੋਂ ਆਇਆ ਸੀ, ਮੈਂ ਤਾਂ ਉਦੋਂ ਬੱਚਾ ਹੀ ਸਮਝ ਲਓ, ਅਤੇ ਇਹਨਾਂ ਨੇ ਮੈਨੂੰ ਕਈ ਵਾਰੀ ਬਾਂਹ ਪਕੜ ਲੈਣਾ, ਕਹਿੰਦਾ ਰਿਹਾ ਵੀ ਤੂੰ ਜੇ ਰੂਹਾਨੀ ਤੂੰ ਕਰਦਾ ਹੈ ਤੇ ਤੂੰ ਇੱਕ ਦਹਾ ਮੈਨੂੰ ਕਰਕੇ ਜਿਹੜਾ ਜੋੜ ਤੇਰੇ 'ਚ ਕਿੰਨਾ ਕੁ ਹੈ। ਉਹ ਫਿਰ ਮਾੜਾ ਮੋਟਾ ਜਿਸ ਵੇਲੇ ਆਪਸ 'ਚ ਗੱਲਬਾਤ ਹੁੰਦੀ ਸੀ, ਅਤੇ ਫਿਰ ਉਹ ਆਪਣਾ ਉਹਨਾਂ ਕਰਕੇ ਫਿਰ ਸਾਨੂੰ ਵੀ ਸ਼ੌਕ ਰਹਿੰਦਾ ਸੀ। ਫਿਰ ਵੀ ਦੇਖੋ ਉਹਨਾਂ ਦੀ ਏਜ ਉਸ ਟਾਈਮ ਤੇ ਮੇਰੇ ਖਿਆਲ 70 ਦੇ ਕਰੀਬ ਉਦੋਂ ਨਹੀਂ, ਹੁਣ ਜਦੋਂ ਉੱਥੋਂ ਆਏ ਨੇ, ਕਿਉਂਕਿ ਇਹ 96 ਸੀ। ਅਤੇ ਉਹ ਦੇਖ ਲਓ ਉਹਨਾਂ ਨੇ ਉਸ ਟਾਈਮ ਹੀ ਉਹਨਾਂ ਨੇ ਇੱਥੇ ਪ੍ਰਤਾਪ ਬਾਗ 'ਚ ਪੱਥਰ ਰੱਖਿਆ ਸੀ ਭਗਤ ਸਿੰਘ ਚੌਂਕ ਦੇ ਕੋਲ ਜਿਹੜਾ, ਅਤੇ ਉੱਥੇ ਆਪਣਾ ਉਹਨੂੰ ਚੁੱਕਦੇ ਹੁੰਦੇ ਸੀ। ਅਤੇ ਅਸੀਂ ਵੀ ਮਾੜਾ ਮੋਟਾ ਵੱਡੇ ਭਾਈ ਸਾਹਿਬ ਸਾਡੇ ਉਹ ਵੀ ਆਪਣਾ 1957 ਵਿੱਚ ਆਪਣਾ ਮਿਸਟਰ ਇੰਡੀਆ ਸੈਕਿੰਡ ਆਇਆ ਸੀ। ਖਾਨਦਾਨੀ ਪਹਿਲਵਾਨਾਂ ਦਾ ਸੀਗਾ। ਹਾਂ, ਉਹ ਤਾਂ ਫਿਰ ਉਹਨਾਂ ਕਰਕੇ ਸਾਨੂੰ ਵੀ ਸ਼ੌਕ ਹੈ। ਹੁਣ ਬੱਚੇ ਉਹਨਾਂ ਨੂੰ ਜਿਹੜਾ ਘੱਟ ਹੈ, ਵੱਡੇ ਬੇਟੇ ਨੂੰ ਘੱਟ ਹੈਗਾ, ਛੋਟੇ ਨੂੰ ਕਰਦਾ ਕਿਸੇ ਵੇਲੇ ਛੱਡ, ਉਹ ਮੇਰੇ ਨਾਲ ਵੀ ਤਗੜਾ ਵੀ। ਅਤੇ ਤੁਸੀਂ ਜਿਹੜੀਆਂ ਨੇ ਉਹ ਸਾਂਭ ਕੇ ਰੱਖੀਆਂ ਨੇ। ਜਿਹੜਾ ਨਾ ਅਸੀਂ ਬੜਾ ਹੁਣ ਵੱਡੇ ਬੇਟੇ ਨੂੰ ਬੜਾ ਸਮਝਾਈਦਾ, ਉਹ ਤਾਂ ਦੇਖਣ 'ਚ 20 ਸਾਲ ਦਾ ਲੱਗਦਾ ਹੈਗਾ, ਅਤੇ ਉਹ 47 ਸਾਲ ਦਾ। ਉਹ 47 ਸਾਲ ਦਾ, ਉਹਨੇ 47 ਐਗਜ਼ੀਬਿਸ਼ਨਾਂ ਕਰ ਬੈਠਾ 20 ਸਾਲਾਂ ਵਿੱਚ। ਅਤੇ ਉਹ ਤਾਂ ਮਤਲਬ ਉਹਦਾ ਸਰਕਲ ਸਟੱਡੀ ਕੀਤੀ ਹੋਈ, ਜਿਹਦੇ ਕਰਕੇ ਉਹਨੂੰ ਥੋੜ੍ਹਾ ਜਿਹਾ ਮਤਲਬ ਉਹਦਾ ਸਟਾਈਲ ਆਪਣਾ, ਅਤੇ ਉਹਦਾ ਵਰਲਡ ਨਾਂ ਹੈ ਉਹਦਾ। ਪਹਿਲਵਾਨਾਂ ਦੇ ਪਰਿਵਾਰ ਦੀ ਕਹਾਣੀ ਆ, ਜਿਹੜੇ ਇੱਕ ਖੰਡੇ ਦੇ ਨਾਲ ਹੀ ਆਪਣੇ ਪਰਿਵਾਰ ਨੂੰ ਬਚਾਇਆ ਜਿਨ੍ਹਾਂ ਨੇ। ਤਾਂ ਅੱਜ ਉਹਨਾਂ ਦੇ ਪੋਤਰੇ ਮਹਿੰਦਰ ਠੁਕਰਾਣ ਹੋਰਾਂ ਦੇ ਵੱਲੋਂ ਇਹ ਯਾਦਾਂ ਜਿਹੜੀਆਂ ਨੇ ਆਪਣੇ ਦਾਦਾ ਜੀ ਦੀਆਂ ਸਾਂਭ ਕੇ ਰੱਖੀਆਂ ਨੇ। ਬਹੁਤ ਵਧੀਆ ਤਸਵੀਰਾਂ ਉਹਨਾਂ ਨੇ ਬਣਾਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਹੀ ਬਹੁਤ ਕੁਝ ਬਿਆਨ ਕਰਦੀਆਂ ਨੇ। ਪਰ ਹੁਣ ਜਿਸ ਤਰੀਕੇ ਦੇ ਨਾਲ ਵੰਡ ਦਾ ਖਾਮਿਆਜ਼ਾ ਜਿਹੜਾ ਪੰਜਾਬੀਆਂ ਨੂੰ ਭੁਗਤਣਾ ਪਿਆ, ਤਾਂ ਉਹ ਬਹੁਤ ਦਰਦਨਾਕ ਤਸਵੀਰ ਹੈ। ਜਦੋਂ ਵੀ ਜ਼ਿਹਨ ਦੇ ਵਿੱਚ 47 ਆਉਂਦੀ ਹੈ ਤਾਂ ਯਾਦ ਅਸੀਂ ਕਰਦੇ ਹਾਂ, ਤਾਂ ਕਈ ਪਰਿਵਾਰ ਉਦੋਂ ਖਿੰਡੇ, ਕਈ ਪਰਿਵਾਰਾਂ ਦੀ ਮੌਤ ਹੋਈ, ਕਈ ਪਰਿਵਾਰ ਆਪਣਾ ਘਰ ਪਰਿਵਾਰ ਛੱਡ ਕੇ ਇੱਥੇ ਆਏ। ਪਰ ਮਹਿੰਦਰ ਠੁਕਰਾਲ ਵਰਗੇ ਪਰਿਵਾਰ ਨੇ ਇੱਥੇ ਆ ਕੇ ਵੀ ਮਿਹਨਤ ਕਰਕੇ ਆਪਣੇ ਦਾਦਾ ਜੀ ਦਾ ਨਾਮ, ਆਪਣੇ ਪਰਿਵਾਰ ਦਾ ਨਾਮ ਉੱਚਾ ਕੀਤਾ, ਅਤੇ ਉਹਨਾਂ ਦੀਆਂ ਯਾਦਾਂ ਨੂੰ ਅਜੇ ਤੱਕ ਆਪਣੇ ਜ਼ਿਹਨ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।